ਸਾਹਿਬ। ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਪੂਜ ਭਗਵਾਨਾ। ਸੂਰਾ ਸੋ ਪਹਿਚਾਨੀਐ। ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ। ਕਬਹੁ ਨਾ ਸਾਡੈ ਖੇਤ। ਸਤਿਨਾਮ ਵਾਹਿਗੁਰੂ ਜੀ। ਸਤਿਨਾਮ ਵਾਹਿਗੁਰੂ ਜੀ। ਹਰਿ ਭਾਣਾ ਗੁਰ ਭਾਇਆ ਗੁਰ ਜਾਵੈ ਹਰਿ ਪ੍ਰਭ ਪਾਸ ਜਿਉ। ਸਤਿਗੁਰ ਕਰੇ ਹਰਿ ਮਹਿ ਬੇਨਤੀ ਮੇਰੀ। ਪੈਜ ਰਖੋ ਅਰਦਾਸ ਜਿਉ। ਪੈਜ ਰਖੋ ਹਰ ਜਨ ਹੈ ਕੀਰੀ। ਹਰ ਦੇਹੋ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ। ਜਮਦੂਤ ਕਾਲ ਨਿਖੰਜਨ। ਸਤਿਗੁਰੂ ਕੀ ਬੇਨਤੀ ਪਾਈ। ਹਰ ਪ੍ਰਭ ਸੁਣੀ ਅਰਦਾਸ ਜਿਉ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ। ਧਨ ਧਨ ਕਹੈ ਸਾਵਾਸ ਜਿਉ। ਸਤਿਗੁਰੂ ਕੀ ਬੇਨਤੀ ਪਾਈ। ਹਰ ਪ੍ਰਭ ਸੁਣੀ ਅਰਦਾਸ ਜਿਉ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ। ਧਨ ਧਨ ਕਹੈ ਸਾਵਾਸ ਜਿਉ। ਪਰਮ ਸਨਮਾਨਯੋਗ ਚਵਰ ਤਖਤ ਛਤਰ ਦੇ ਮਾਲਕ। ਦਸਾਂ ਹੀ ਬਾਤ ਸਾਹੀਆਂ ਦੀ ਆਤਮਿਕ ਜੋਤ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੇ ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤ ਸੰਗੀ ਜਨੋ। ਆਓ ਗੁਰਮਤਿ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਪ੍ਰਵਾਨ ਕਰੋ। ਸਾਰੇ ਗੱਜ ਕੇ ਆਖੋ
ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖੋ, ਅਕਾਲ ਪੁਰਖ ਪਰਮਾਤਮਾ ਜੀ ਨੇ ਸਾਡੇ ਤੇ ਬੜੀ ਹੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਤਾਂ ਕਰਕੇ ਸਾਨੂੰ ਸਤਿਗੁਰਾਂ ਦੇ ਸਜੇ ਹੋਏ ਪਾਵਨ ਦਰਬਾਰ ਦੇ ਅੰਦਰ ਜੁੜ ਮਿਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜਿਸ ਤਰ੍ਹਾਂ ਆਪਾਂ ਕੱਲ ਤੋਂ ਲੈ ਕੇ ਰਾਮ ਕਲੀ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਪਾਵਨ ਬਾਣੀ ਸਾਧ ਬਾਣੀ ਦੀ ਵਿਚਾਰ ਆਪਾਂ ਨੇ ਆਰੰਭ ਕੀਤੀ ਹੈ। ਕਿਉਂਕਿ ਗੁਰਮੁਖੋ ਜਿਹੜਾ ਪਾਵਨ ਉਪਦੇਸ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਅੰਤਮ ਸਮੇਂ ਗੁਰੂ ਕੇ ਸਿੱਖਾਂ ਨੂੰ ਆਪਣੇ ਪਰਿਵਾਰ ਨੂੰ ਦਿੱਤਾ, ਉਸ ਪਾਵਨ ਉਪਦੇਸ਼ ਨੂੰ ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਸਦ ਸਰਲੇਖ ਦੇ ਹੇਠ ਬੜੇ ਹੀ ਸੁੰਦਰ ਢੰਗ ਦੇ ਨਾਲ ਬਿਆਨ ਕੀਤਾ। ਸਦ ਬਾਣੀ ਦੀਆਂ 6 ਪੌੜੀਆਂ ਨੇ, ਜਿਨ੍ਹਾਂ ਦੇ ਵਿੱਚੋਂ ਆਪਾਂ ਪਹਿਲੀ ਪੌੜੀ ਦੀ ਵਿਚਾਰ ਕੱਲ ਦੇ ਦੀਵਾਨ ਦੇ ਅੰਦਰ ਕੀਤੀ ਹੈ। ਗੁਰਮੁਖੋ, ਜਿੱਥੇ ਅਗਲੀਆਂ ਪੌੜੀਆਂ ਦੀ ਵਿਚਾਰ ਆਪਾਂ ਕਰਾਂਗੇ ਉੱਥੇ ਨਾਲ ਦੀ ਨਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਚੇਤੇ ਕਰਾਂਗੇ, ਜਿਨ੍ਹਾਂ ਮਹਾਨ ਸ਼ਹੀਦਾਂ ਨੇ ਆਪਣੀ ਸੂਰਮ ਗਤੀ ਨੂੰ ਦਿਖਾਉਂਦਿਆਂ ਹੋਇਆਂ, ਜੋ ਕਿ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਧਰਤੀ ਤੇ ਸਾਕਾ ਵਰਤਦਾ ਹੈ, ਉਸ ਸਾਕੇ ਦਾ ਬਦਲਾ ਜਿਹੜਾ ਸੀ ਤਕਰੀਬਨ 21 ਸਾਲ ਬਾਅਦ ਜਾ ਕੇ ਲੰਡਨ ਦੀ ਧਰਤੀ ਤੇ ਸਰ ਮੈਕਲ ਅਡਵੈਰ ਨੂੰ ਮਾਰ ਕੇ ਲੈਤਾ। ਕਿਉਂਕਿ ਗੁਰਮੁਖੋ, ਭਾਰਤ ਬੜਾ ਲੰਬਾ ਸਮਾਂ ਬ੍ਰਿਟਿਸ਼ ਸਰਕਾਰ ਦੇ ਅਧੀਨ ਰਿਹਾ, ਭਾਰਤ ਬੜਾ ਲੰਬਾ ਸਮਾਂ ਗੁਲਾਮ ਰਿਹਾ। ਅਸਲ ਵਿੱਚ ਭਾਰਤ ਦੇ ਲੋਕਾਂ ਦੇ ਗੁਲਾਮ ਹੋਣ ਦਾ ਸਭ ਤੋਂ ਵੱਡਾ ਕਾਰਨ ਸੀ ਕਿ ਇਹਨਾਂ ਲੋਕਾਂ ਦੇ ਅੰਦਰ ਉਹ ਸਪਿਰਿਟ ਨਹੀਂ ਸੀ, ਉਹ ਤਾਕਤ ਨਹੀਂ ਸੀ ਜਿਹਦੇ ਨਾਲ ਇਹ ਲੋਕ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ। ਉਸ ਵੇਲੇ ਜਦੋਂ ਬੜਾ ਲੰਬਾ ਸਮਾਂ ਭਾਰਤ ਗੁਲਾਮ ਰਿਹਾ ਤੇ ਬ੍ਰਿਟਿਸ਼ ਸਰਕਾਰ ਦਾ ਇਹਦੇ ਤੇ ਰਾਜ ਰਿਹਾ ਤੇ ਗੁਰਮੁਖੋ, ਬ੍ਰਿਟਿਸ਼ ਹਕੂਮਤ ਨੇ ਭਾਰਤ ਦੇ ਲੋਕਾਂ ਤੇ ਬੜੇ ਹੀ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ। ਜਦੋਂ ਤੁਸੀਂ ਅਖੀਰਲੇ ਸਮੇਂ ਦੇ ਬਿਆਨ ਭਾਈ ਊਧਮ ਸਿੰਘ ਜੀ ਦੇ ਪੜ੍ਹੋਗੇ ਨਾ, ਸ਼ਹੀਦ ਊਧਮ ਸਿੰਘ ਜੀ ਦੇ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਮੈਨੂੰ ਕੋਈ ਦੁੱਖ ਨਹੀਂ ਹੈ ਵੀ ਮੈਂ ਮਰ ਰਿਹਾ ਜਾਂ ਮੈਨੂੰ ਫਾਂਸੀ ਦਿੱਤੀ ਜਾਣੀ ਹੈ। ਉਹ ਕਹਿੰਦੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਿਹੜੀ ਬ੍ਰਿਟਿਸ਼ ਸਰਕਾਰ ਦੇ ਰਾਜ ਦੇ ਅਧੀਨ ਭਾਰਤ ਦੇ ਬਹੁਤੇ ਲੋਕਾਂ ਨੂੰ ਭੁੱਖੇ ਸੌਣਾ ਪੈਂਦਾ ਸੀ, ਭਾਰਤ ਦੇ ਲੋਕਾਂ ਤੇ ਜ਼ੁਲਮ ਹੁੰਦੇ ਸਨ, ਇਹਨਾਂ ਲੋਕਾਂ ਲਈ ਮਨੁੱਖਤਾ ਲਈ ਮੈਂ ਆਪਣਾ ਆਪ ਕੁਰਬਾਨ ਕਰ ਚੱਲਿਆ। ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਜਦੋਂ ਬੜਾ ਲੰਬਾ ਸਮਾਂ ਬ੍ਰਿਟਿਸ਼ ਸਰਕਾਰ ਦਾ ਰਾਜ ਰਿਹਾ ਤਾਂ ਗੁਰਮੁਖੋ, ਉਹਨਾਂ ਨੇ ਭਾਰਤ ਦੇ ਲੋਕਾਂ ਤੇ ਬੜੇ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਉਹਨਾਂ ਨੇ ਇੱਕ ਕਾਨੂੰਨ ਲਾਗੂ ਕਰ ਦਿੱਤਾ, ਇੱਕ ਐਕਟ ਲਿਆਂਦਾ ਗਿਆ ਜਿਹਦਾ ਇਹ ਭਾਵ ਸੀ ਕਿ ਕੋਈ ਵੀ ਜੇ ਇੱਥੇ ਰਾਜਨੀਤਿਕ ਜਾਂ ਕੋਈ ਹੋਰ ਸਰਗਰਮੀ ਕਰੇਗਾ ਤਾਂ ਉਸ ਤੇ ਬਿਨਾਂ ਕੇਸ ਚਲਾਏ ਉਹਨੂੰ 2 ਸਾਲ ਦੀ ਸਜ਼ਾ ਦਿੱਤੀ ਜਾਏ। ਹੁਣ ਜਦੋਂ ਇਹ ਕਾਨੂੰਨ ਲਿਆਂਦਾ ਗਿਆ, ਉਸ ਤੋਂ ਬਾਅਦ ਭਾਰਤ ਦੇ ਕੁਝ ਜਿਹੜੇ ਮੇਨ ਲੀਡਰ ਸਨ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫਤਾਰ ਵੀ ਕੀਤਾ। ਪਰ ਹੁਣ ਇਧਰੋਂ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਹੁੰਦਾ ਸੁਨਾਮ ਦੀ ਧਰਤੀ ਤੇ, ਕਿਉਂਕਿ ਸੁਨਾਮ ਉਦੋਂ ਇੱਕ ਕਸਬੇ ਟਾਈਪ ਸੀ, ਨਗਰ। ਭਾਵੇਂ ਕਿ ਕਈਆਂ ਨੇ ਮੰਨਿਆ ਵੀ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਸ਼ਾਹਪੁਰ ਦੀ ਧਰਤੀ ਤੇ ਹੋਇਆ ਤੇ ਇਹਨਾਂ ਦੇ ਪਿਤਾ ਜੀ ਕੰਮ ਦੀ ਭਾਲ ਵਿੱਚ ਸੁਨਾਮ ਦੀ ਧਰਤੀ ਤੇ ਚਲੇ ਗਏ। ਹੁਣ ਸ਼ਹੀਦ ਊਧਮ ਸਿੰਘ ਦਾ ਜਨਮ ਹੁੰਦਾ ਤੇ ਇਹਨਾਂ ਦੇ ਪਿਤਾ ਦਾ ਨਾਮ ਜਿਹੜਾ ਉਸ ਵੇਲੇ ਚੂੜ ਸਿੰਘ ਹੈ ਤੇ ਇਹਨਾਂ ਦੀ ਮਾਤਾ ਦਾ ਨਾਮ ਨਰੈਣੀ ਹੈ। ਭਾਵੇਂ ਬਾਅਦ ਵਿੱਚ ਜਦੋਂ ਉਹਨਾਂ ਨੇ ਖੰਡੇ ਬਾਟੇ ਦੀ ਫੌਜ ਛਕੀ ਤੇ ਉਹਨਾਂ ਦਾ ਨਾਮ ਬਦਲ ਗਿਆ। ਸ਼ਹੀਦ ਊਧਮ ਸਿੰਘ ਨੇ ਵੀ ਆਪਣੇ ਕਾਫੀ ਨਾਮ ਬਦਲੇ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨਾਮ ਬਦਲਣ ਤੋਂ ਬਿਨਾਂ ਜਲਿਆਂਵਾਲੇ ਬਾਗ ਦਾ ਸਾਕਾ ਸਮੇਂ ਦੀ ਹਕੂਮਤ ਤੋਂ ਨਹੀਂ, ਵਾਹਿਗੁਰੂ ਬਦਲਾ ਨਹੀਂ ਲਿਆ ਜਾ ਸਕਦਾ।
ਹੁਣ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਹੁੰਦਾ ਹੈ। ਘਰ ਵਿੱਚ ਬਹੁਤ ਜ਼ਿਆਦਾ ਅੱਤ ਦੀ ਗਰੀਬੀ ਹੈ, ਘਰ ਦਾ ਗੁਜ਼ਾਰਾ ਵੀ ਵਧੀਆ ਤਰੀਕੇ ਨਾਲ ਨਹੀਂ ਚੱਲਦਾ। ਤਾਂ ਇਹਨਾਂ ਦੇ ਪਿਤਾ ਜੀ ਨੇ ਕੁਝ ਸਮਾਂ ਜਿਹੜੀ ਹੈ ਰੇਲਵੇ ਵਿੱਚ ਨੌਕਰੀ ਕੀਤੀ। ਉਸ ਤੋਂ ਬਾਅਦ ਕੋਈ ਇਦਾਂ ਦਾ ਸਮਾਂ ਆਇਆ ਵੀ ਉਹਨਾਂ ਨੂੰ ਨੌਕਰੀ ਛੱਡਣੀ ਪਈ ਤੇ ਉਹ ਸਨਾਮ ਦੀ ਧਰਤੀ ਨੂੰ ਛੱਡ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚਲੇ ਗਏ। ਉਸ ਤੋਂ ਬਾਅਦ ਗੁਰਮੁਖੋਂ ਭਾਣਾ ਵਾਪਰਦਾ ਹੈ ਕਿ ਸ਼ਹੀਦ ਊਧਮ ਸਿੰਘ ਜੀ ਦੀ ਉਮਰ 3 ਸਾਲ ਦੀ ਹੈ ਤੇ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਜਾਂਦੇ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਂ-ਬਾਪ ਬੜੀ ਛੋਟੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ। ਉਸ ਸਮੇਂ ਦੇ ਹਾਲਾਤਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਵੀ ਬਿਆਨ ਕੀਤਾ, ਕਿਉਂਕਿ ਗੁਰਮੁਖੋ ਜਦੋਂ ਮਾਂ-ਬਾਪ ਦਾ ਸਾਇਆ ਬੱਚੇ ਦੇ ਸਿਰ ਤੋਂ ਉੱਠਦਾ ਹੈ ਨਾ, ਉਸ ਵੇਲੇ ਬੱਚਾ ਯਤੀਮ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਾਣੀ ਵਿੱਚ ਜ਼ਿਕਰ ਕਰਦੇ ਹੈ, ਜੋ ਹਮਾਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਖ ਸੰਤਾਪੇ। ਕਿਉਂਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਜੀ ਛੋਟੀ ਉਮਰ ਦੇ ਵਿੱਚ ਪਿਤਾ ਜੀ ਚੜ੍ਹਾਈ ਕਰ ਜਾਂਦੇ ਹੈ, ਉਹ ਯਤੀਮ ਹੋ ਜਾਂਦੇ ਹੈ। ਉਸ ਵੇਲੇ ਉਹਨਾਂ ਦੇ ਜਿਹੜੇ ਆਂਢ ਗੁਆਂਢ ਦੇ ਲੋਕ ਸਨ, ਜਿਹੜੇ ਉਹਨਾਂ ਦੇ ਸਕੇ ਸੰਬੰਧੀ ਸਨ, ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਹਾਰਾ, ਭਾਈ ਜੇਠੇ ਨੂੰ ਸਹਾਰਾ ਤੇ ਕੀ ਦੇਣਾ ਸੀ, ਉਲਟਾ ਉਹਨਾਂ ਲੋਕਾਂ ਨੇ ਭਾਈ ਜੇਠੇ ਨੂੰ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਨੀ ਜੀ ਉਹਨਾਂ ਨੂੰ ਬਾਸਰ ਕੇ ਪਿੰਡ ਲੈ ਜਾਂਦੇ। ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਨਮ ਹੋਇਆ। ਇੱਕ ਵੱਖਰਾ ਵਿਸ਼ਾ ਮੈਂ ਜਿਹੜੀ ਬੇਨਤੀ ਕਰਨੀ ਹੈ, ਸ਼ਹੀਦ ਊਧਮ ਸਿੰਘ ਦੇ ਮਾਤਾ ਜੀ ਚੜ੍ਹਾਈ ਕਰ ਜਾਂਦੇ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਉਮਰ 5 ਸਾਲਾਂ ਦੀ ਹੁੰਦੀ ਹੈ ਤੇ ਪਿਤਾ ਜੀ ਦਾ ਸਾਇਆ ਵੀ ਸਿਰ ਤੋਂ ਉੱਠ ਜਾਂਦਾ, ਯਤੀਮ ਹੋ ਜਾਂਦੇ ਹੈ। ਉਸ ਤੋਂ ਬਾਅਦ ਕੁਝ ਸਮਾਂ ਬਾਅਦ ਉਹਨਾਂ ਦੇ ਭਰਾ ਜਿਨ੍ਹਾਂ ਦਾ ਨਾਮ ਸਾਧੂ ਸੀ ਤੇ ਉਹਨਾਂ ਦੇ ਵੱਡੇ ਭਰਾ ਵੀ ਜਿਹੜੇ ਸੀ ਉਹ ਵੀ ਅਕਾਲ ਚਲਾਣਾ ਕਰ ਗਏ। ਹੁਣ ਦੇਖੋ ਕਿੰਨੀ ਵੱਡੀ ਸੱਟ ਹੈ। ਜੇ ਆਪਾਂ ਦੁਨਿਆਵੀ ਤੌਰ ਤੇ ਸੋਚਦੇ ਹਾਂ, ਮਾਂ-ਬਾਪ ਦਾ ਚਲਿਆ ਜਾਣਾ, ਮਾਂ-ਬਾਪ ਤੋਂ ਬਾਅਦ ਮਨੁੱਖ ਨੂੰ ਭੈਣ ਭਰਾਵਾਂ ਦਾ ਸਹਾਰਾ ਹੁੰਦਾ ਹੈ, ਭੈਣ ਭਰਾਵਾਂ ਦਾ ਸਹਾਰਾ ਉੱਠ ਜਾਏ, ਉਸ ਤੋਂ ਬਾਅਦ ਮਨੁੱਖ ਬਿਲਕੁਲ ਯਤੀਮ ਹੋ ਜਾਂਦਾ ਹੈ। ਉਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਜੀ ਜਿਹੜੇ ਨੇ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖਾਲਸਾ ਯਤੀਮਖਾਨੇ ਵਿੱਚ ਰਹੇ। ਉਹਨਾਂ ਦੀ ਪਰਵਰਿਸ਼ ਉਸ ਧਰਤੀ ਤੇ ਹੁੰਦੀ ਹੈ। ਉਸ ਯਤੀਮਖਾਨੇ ਵਿੱਚ ਰਹਿ ਕੇ ਉਹਨਾਂ ਨੇ ਪੜ੍ਹਾਈ ਵੀ ਕੀਤੀ ਤੇ ਯਤੀਮਖਾਨੇ ਵਿੱਚ ਰਹਿ ਕੇ ਉਹਨਾਂ ਨੇ ਮਨੁੱਖਤਾ ਦੀ ਸੇਵਾ ਵੀ ਕੀਤੀ। ਮੈਂ ਇੱਕ ਕੱਲ ਸ਼ਹੀਦ ਊਧਮ ਸਿੰਘ ਜੀ ਦਾ ਜੀਵਨ ਪੜ੍ਹ ਰਿਹਾ ਸਾਂ ਕਿ ਗੁਰਮੁਖੋ ਉਹ ਯਤੀਮਖਾਨੇ ਨੂੰ ਇੰਨਾ ਸਮਰਪਿਤ ਸਨ, ਭਾਵੇਂ ਉਹਨਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਜਾਣਾ, ਭਾਵੇਂ ਕਦੇ ਬੰਬੇ ਚਲਿਆ ਜਾਣਾ, ਪਰ ਜਦੋਂ ਉਹਨਾਂ ਨੇ ਵਾਪਸ ਪਰਤਣਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਯਤੀਮਖਾਨੇ ਵਿੱਚ ਆਉਣਾ, ਕਿਸੇ ਹੋਰ ਥਾਂ ਨਹੀਂ ਜਾਣਾ। ਸਭ ਤੋਂ ਪਹਿਲਾਂ ਉਹਨਾਂ ਨੇ ਯਤੀਮਖਾਨੇ ਵਿੱਚ ਆਉਣਾ। ਉਸ ਤੋਂ ਬਾਅਦ ਇਹਨਾਂ ਸਾਰਾ ਕੁਝ ਚੱਲਦਾ ਰਿਹਾ। ਇਧਰ ਭਾਰਤ ਵਿੱਚ ਆਜ਼ਾਦੀ ਦੀ ਲਹਿਰ ਸ਼ੁਰੂ ਹੋਈ। ਉਸ ਤੋਂ ਬਾਅਦ ਗੁਰਮੁਖੋ ਸ਼ਹੀਦ ਊਧਮ ਸਿੰਘ ਜੀ ਦਾ ਮਿਲਾਪ ਭਗਤ ਸਿੰਘ ਨਾਲ ਵੀ ਹੋਇਆ। ਦੱਸਿਆ ਜਾਂਦਾ ਕਿ ਉਹ ਭਗਤ ਸਿੰਘ ਜੀ ਨੂੰ ਵੀ ਮਿਲੇ। ਉਸ ਤੋਂ ਬਾਅਦ ਜਦੋਂ ਇਸ ਅੰਗਰੇਜ਼ ਹਕੂਮਤ ਨੇ ਇਹ ਕਾਨੂੰਨ ਲਾਗੂ ਕਰ ਦਿੱਤਾ ਵੀ ਭਾਰਤ ਦੇ ਅੰਦਰ ਕੋਈ ਵੀ ਜਨਤਕ ਗਤੀਵਿਧੀ ਨਹੀਂ ਕਰ ਸਕਦਾ, ਇਕੱਠ ਨਹੀਂ ਕਰ ਸਕਦਾ, ਉਸ ਵੇਲੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਉਸ ਵੇਲੇ ਸਾਰਿਆਂ ਨੇ ਲੜ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਇਕੱਠ ਰੱਖਿਆ ਜਲਿਆਂਵਾਲੇ ਬਾਗ ਦੇ ਵਿੱਚ, ਕਿਉਂਕਿ 13 ਅਪ੍ਰੈਲ 1919 ਵਿੱਚ ਇਹ ਸਾਕਾ ਵਾਪਰਦਾ ਹੈ। ਵੈਸੇ ਮੈਂ ਇੱਕ ਬੇਨਤੀ ਕਰਾਂ, ਸ਼ਾਇਦ ਪਿਛਲੇ ਦਿਨਾਂ ਵਿੱਚ ਵੀ ਮੈਂ ਬੇਨਤੀ ਸਾਂਝੀ ਕੀਤੀ ਸੀ। ਗੁਰਮੁਖੋ ਜਲਿਆਂਵਾਲੇ ਬਾਗ ਦਾ ਸਾਕਾ 1919 ਦੇ ਵਿੱਚ ਵਾਪਰਦਾ ਹੈ। ਉਸ ਤੋਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ 1921 ਵਿੱਚ ਵਾਪਰਦਾ ਹੈ। ਪਰ ਇਹਨਾਂ ਦੋਨਾਂ ਸਾਕਿਆਂ ਦੀ ਤਾਰ ਆਪਸ ਵਿੱਚ ਜੁੜਦੀ ਹੈ। ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਉਸ ਸਮੇਂ ਦਾ ਅੰਗਰੇਜ਼ ਹਕੂਮਤ ਦਾ ਗਵਰਨਰ ਸੀ ਸਰ ਮਾਈਕਲ ਅਡਵੈਰ, ਉਹਨੇ ਉਸ ਵੇਲੇ ਉੱਥੇ ਫੌਜਾਂ ਲਾ ਦਿੱਤੀਆਂ। ਉਸ ਵੇਲੇ ਗੋਲੀ ਸਿੱਕਾ ਲੈ ਕੇ ਉੱਥੇ ਫੌਜ ਲਾਈ ਗਈ। ਉਸ ਵੇਲੇ ਜਦੋਂ ਫੌਜ ਵੱਲੋਂ ਗੋਲੀ ਚਲਾਈ ਗਈ, ਸਰਕਾਰੀ ਅੰਕੜਿਆਂ ਮੁਤਾਬਕ
300 ਤੋਂ ਉੱਪਰ ਭਾਰਤੀ ਉੱਥੇ ਸ਼ਹੀਦ ਹੋ ਗਏ। ਉਹਨਾਂ ਦੀ ਮੌਤ ਹੋ ਗਈ, ਸੈਂਕੜੇ ਜਿਹੜੇ ਜ਼ਖਮੀ ਹੋ ਗਏ। ਉਸ ਤੋਂ ਬਾਅਦ ਇਹ ਮੰਨਿਆ ਜਾਂਦਾ, ਸੱਚਾਈ ਵੀ ਹੈ, ਮੈਂ ਜਿਹੜੀ ਬੇਨਤੀ ਕਰ ਰਹੀ ਵੀ ਇਹਨਾਂ ਦੋਨਾਂ ਸਾਕਿਆਂ ਦੇ ਤਾਰ ਆਪਸ ਵਿੱਚ ਜੁੜਦੇ ਹੈ। ਜਿਹੜੇ ਲੋਕ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਜਨਰਲ ਅਡਵੈਰ ਨੂੰ ਆਪਣੇ ਘਰ ਵਿੱਚ ਰੋਟੀ ਖਵਾਉਂਦੇ ਤੇ ਉਹੀ ਲੋਕ ਨਰੈਣੂ ਮਹੰਤ ਵਰਗਿਆਂ ਨੂੰ ਅੰਗਰੇਜ਼ਾਂ ਤੋਂ ਕਹਿ ਕੇ ਤਾਕਤ ਦਿਵਾਉਣ ਵਾਲੇ। 1919 ਵਿੱਚ ਇਹ ਸਾਕਾ ਵਾਪਰਦਾ, ਉੱਥੇ ਬਹੁਤ ਜ਼ਿਆਦਾ ਕਹਿਰ ਢਾਇਆ ਗਿਆ, ਜ਼ੁਲਮ ਢਾਇਆ ਗਿਆ, ਬਿਨਾਂ ਕਿਸੇ ਵਜ੍ਹਾ ਤੋਂ ਗੋਲੀਆਂ ਚਲਾਈਆਂ ਗਈਆਂ। ਉਸ ਵੇਲੇ ਗੁਰਮੁਖੋ ਜਿਹੜਾ ਇਹ ਖਾਲਸਾ ਯਤੀਮਖਾਨਾ ਸੀ ਤੇ ਇਹਨਾਂ ਦੀ ਇਹ ਸੇਵਾ ਸੰਭਾਲੀ ਹੋਈ ਸੀ ਵੀ ਉੱਥੇ ਜਲ ਪਾਣੀ ਦੀ ਸੇਵਾ, ਪਾਣੀ ਜਿਹੜਾ ਉੱਥੇ ਛਕਾਉਣ ਦੀ ਇਹਨਾਂ ਦੀ ਸੇਵਾ ਲਈ ਹੋਈ ਸੀ। ਤੇ ਸ਼ਹੀਦ ਊਧਮ ਸਿੰਘ ਜੀ ਵੀ ਯਤੀਮਖਾਨੇ ਦੇ ਇੱਕ ਵਿਦਿਆਰਥੀ ਸਨ ਤੇ ਉਹ ਵੀ ਆਪਣੀਆਂ ਸੇਵਾਵਾਂ ਉੱਥੇ ਨਿਭਾ ਰਹੇ ਸਨ। ਉਸ ਵੇਲੇ ਜਦੋਂ ਸੇਵਾ ਕਰਦਿਆਂ ਇਸ ਸਾਰੇ ਸਾਕੇ ਨੂੰ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਇਹ ਫਰਕ ਹੁੰਦਾ ਵੀ ਇੱਕ ਤੇ ਕਿਸੇ ਨੂੰ ਸੁਣ ਲੈਣਾ, ਇੱਕ ਆਪਣੇ ਅੱਖਾਂ ਦੇ ਨਾਲ ਇਸ ਖੂਨੀ ਸਾਕੇ ਨੂੰ ਤੱਕਣਾ। ਉਸ ਵੇਲੇ ਸ਼ਹੀਦ ਊਧਮ ਸਿੰਘ ਦੀ ਉਮਰ ਬੜੀ ਛੋਟੀ ਹੈ, ਪਰ ਉਹਨਾਂ ਨੇ ਸੇਵਾ ਕਰਦਿਆਂ ਸਮਿਆਂ ਇਸ ਸਾਰੇ ਸਾਕੇ ਨੂੰ ਵੀ ਅੰਗਰੇਜ਼ ਹਕੂਮਤ ਨੇ ਕਿਵੇਂ ਜ਼ੁਲਮ ਢਾਇਆ, ਕਿਵੇਂ ਕਹਿਰ ਢਾਇਆ, ਕਿਵੇਂ ਬੇਸਹਾਰੇ ਲੋਕਾਂ ਤੇ ਨਿਹੱਤਿਆਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰਿਆ ਗਿਆ। ਉਸ ਵੇਲੇ ਇਹਨਾਂ ਨੇ ਇਹ ਸਾਰਾ ਸਾਕਾ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਇਹਨਾਂ ਦੇ ਅੰਦਰ ਅੰਗਰੇਜ਼ ਹਕੂਮਤ ਪ੍ਰਤੀ ਬੜਾ ਰੋਹ ਪੈਦਾ ਹੋਇਆ, ਬੜਾ ਗੁੱਸਾ ਪੈਦਾ ਹੋਇਆ, ਹੋਣਾ ਵੀ ਸੁਭਾਵਿਕ ਗੱਲ ਹੈ। ਪਰ ਮੈਂ ਜਿਹੜੀ ਬੇਨਤੀ ਕਰਦੇ ਹਾਂ ਗੁਰਮੁਖੋ, ਜਦੋਂ ਜਨਰਲ ਸਰ ਮਾਈਕਲ ਅਡਵੈਰ ਜਲਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਉਂਦਾ ਹੈ, ਉਸ ਤੋਂ ਬਾਅਦ ਸ਼ਾਮ ਦੇ ਵੇਲੇ ਇਹ ਰੋਟੀ ਜਾ ਕੇ ਜਿਹੜਾ ਹੈ ਮਜੀਠੀਆ ਪਰਿਵਾਰ ਦੇ ਘਰੇ ਖਾਂਦਾ। ਇਹ ਸੱਚਾਈ ਹੈ। ਹੁਣ ਕਹਿੰਦੇ ਸਾਡੇ ਪ੍ਰਚਾਰਕ ਵਿਚਾਰੇ, ਕਿਉਂਕਿ ਪ੍ਰਚਾਰਕਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ, ਪ੍ਰਚਾਰਕਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਮੈਂ ਇਹ ਬੇਨਤੀ ਤਾਂ ਕਰ ਰਹੀ ਵੀ ਇਹ ਦੋ ਸਾਕੇ ਥੋੜੇ ਸਮੇਂ ਵਿੱਚ ਵਾਪਰਦੇ। ਜਲਿਆਂਵਾਲੇ ਬਾਗ ਦਾ ਸਾਕਾ 13 ਅਪ੍ਰੈਲ 1919 ਦੇ ਵਿੱਚ ਤੇ ਨਨਕਾਣਾ ਸਾਹਿਬ ਦਾ ਸਾਕਾ 1921 ਦੇ ਵਿੱਚ ਵਾਪਰਦਾ, ਫਰਵਰੀ ਮਹੀਨੇ ਦੇ ਵਿੱਚ। ਪਰ ਇਹਨਾਂ ਦੋਨਾਂ ਸਾਕਿਆਂ ਦੇ ਅੰਦਰ ਇਸ ਪਰਿਵਾਰ ਨੇ ਬਹੁਤ ਮਾੜੀ ਭੂਮਿਕਾ ਨਿਭਾਈ। ਅੰਗਰੇਜ਼ਾਂ ਨੂੰ ਕਹਿ ਕੇ ਨਰੈਣੂ ਮਹੰਤ ਨੂੰ ਵੀ ਹਥਿਆਰ ਦਿਵਾਉਣ ਵਾਲੇ ਇਹ ਲੋਕ ਸਨ ਤੇ ਸਰ ਮਾਈਕਲ ਅਡਵੈਰ ਨੂੰ ਆਪਣੇ ਘਰੇ ਰੋਟੀ ਖਵਾਉਣ ਵਾਲੇ ਵੀ ਇਹ ਲੋਕ ਸਨ। ਭਾਵੇਂ ਅੱਜ ਇਹ ਲੋਕ ਆਪਣੇ ਆਪ ਨੂੰ ਪੰਥਕ ਮੰਨਦੇ ਵੀ ਅਸੀਂ ਬੜੇ ਪੰਥਕ ਹਾਂ, ਅਸੀਂ ਭਾਰਤ ਦੇ ਬੜੇ ਹਮੈਤੀ ਹਾਂ, ਅਸੀਂ ਪੰਜਾਬ ਲਈ ਬੜਾ ਕੁਝ ਕਰਨੇ ਆ। ਪਰ ਗੁਰਮੁਖੋ ਇਹਨਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਸਾਡਾ ਇਤਿਹਾਸ ਦੱਸਦਾ ਪਿਆ। ਇਤਿਹਾਸ ਕਦੇ ਕਿਸੇ ਨੂੰ ਮਾਫ ਨਹੀਂ ਕਰਦਾ। ਉਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੇ ਮਨ ਵਿੱਚ ਬੜਾ ਰੋਹ ਪੈਦਾ ਹੋਇਆ ਤੇ ਉਹਨਾਂ ਨੇ ਆਪਣੇ ਅੰਦਰ ਇੱਕ ਪਰਣ ਕਰ ਲਿਆ ਉਸ ਧਰਤੀ ਤੇ ਮੱਥਾ ਟੇਕ ਕੇ। ਚਲੋ ਜਿੱਦਾਂ ਵੀ ਕੀਤਾ ਵੀ ਉਹਨਾਂ ਨੇ ਇਹ ਮੰਨ ਲਿਆ, ਇਹ ਪਰਣ ਕੀਤਾ ਵੀ ਇਸ ਸਾਕੇ ਦਾ ਬਦਲਾ ਜ਼ਰੂਰ ਅੰਗਰੇਜ਼ ਹਕੂਮਤ ਤੋਂ ਲਿਆ ਜਾਏਗਾ ਕਿ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਵੀ ਸ਼ੁਰੂ ਕਰ ਦਿੱਤੀਆਂ। ਉਹ ਸ਼ਹੀਦ ਊਧਮ ਸਿੰਘ ਨੂੰ ਜਾ ਕੇ ਵੀ ਮਿਲਦੇ ਹੈ। ਹੌਲੀ ਹੌਲੀ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਹੀਦ ਊਧਮ ਸਿੰਘ ਜੀ ਲੰਡਨ ਦੀ ਧਰਤੀ ਤੇ ਚਲੇ ਗਏ। ਲੰਡਨ ਦੀ ਧਰਤੀ ਤੇ ਜਦੋਂ ਗਏ ਤੇ ਉਸ ਵੇਲੇ ਉਹਨਾਂ ਨੇ ਆਪਣੇ ਨਾਲ ਇੱਕ ਪਿਸਟਲ ਵੀ ਰੱਖਿਆ, ਚੋਰੀਓ ਛੁਪੀ ਆਪਣੀਆਂ ਕਿਤਾਬਾਂ ਵਿੱਚ ਪਾ ਕੇ ਰੱਖਣਾ, ਕਿਵੇਂ ਨਾ ਕਿਵੇਂ ਬਚਾ ਕੇ ਉਹਨੂੰ ਅੰਦਰ ਵੀ ਲੈ ਕੇ ਗਏ। ਉਸ ਵੇਲੇ ਜਦੋਂ ਸਰ ਮਾਈਕਲ ਅਡਵੈਰ ਵਰਗੇ ਉੱਥੇ ਸੰਬੋਧਨ ਕਰਦੇ ਪਏ ਉੱਥੋਂ ਦੇ ਅੰਗਰੇਜ਼ਾਂ ਨੂੰ, ਉੱਥੋਂ ਦੇ ਲੋਕਾਂ ਨੂੰ ਤੇ ਦੱਸਦੇ ਪਏ ਵੀ ਅਸੀਂ ਭਾਰਤ ਵਿੱਚ ਕਿਵੇਂ ਰਾਜ ਕੀਤਾ, ਕਿਵੇਂ ਉਹਨਾਂ ਲੋਕਾਂ ਤੇ ਅਸੀਂ ਆਪਣੀ ਸ਼ਕਤੀ ਜਿਹੜੀ ਵਰਤੀ। ਉਸ ਵੇਲੇ ਸ਼ਹੀਦ ਊਧਮ ਸਿੰਘ ਜੀ ਨੇ ਆਪਣਾ ਪਿਸਟਲ ਕੱਢ ਕੇ ਸਾਹਮਣੇ ਸਰ ਮਾਈਕਲ ਅਡਵੈਰ ਬੋਲ ਰਿਹਾ ਤੇ ਉਹਨਾਂ ਨੇ 6 ਦੀਆਂ 6 ਗੋਲੀਆਂ ਉਹਦੀ ਹਿੱਕ ਵਿੱਚ ਮਾਰੀਆਂ। ਮਾਰਨ ਤੋਂ ਬਾਅਦ ਉਹ ਭੱਜੇ ਨਹੀਂ, ਵੀ ਉੱਥੋਂ ਭੱਜ ਨੱਠ ਗਏ। ਉਹਨਾਂ ਨੇ ਆਪਣੇ ਆਪ ਨੂੰ ਉਸ ਵੇਲੇ ਸਰਕਾਰ ਦੇ ਹਵਾਲੇ ਕੀਤਾ। ਉਸ ਤੋਂ ਬਾਅਦ ਫਿਰ ਉਹਨਾਂ ਦੇ ਕੇਸ ਬੜਾ ਲੰਬਾ ਸਮਾਂ ਚੱਲਿਆ। ਉਸ ਤੋਂ ਬਾਅਦ 5 ਮਈ 1940 ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ, ਕਿਉਂਕਿ ਉਹਨਾਂ ਦੇ ਆਪਣੇ ਕਾਨੂੰਨ ਸੀ। ਖਾਸ ਕਰਕੇ ਜਿਹੜੇ ਭਾਰਤ ਦੇ ਲੀਡਰ ਸੀ, 1-2 ਲੀਡਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਸ਼ਹੀਦ ਊਧਮ ਸਿੰਘ ਦਾ ਵਿਰੋਧ ਕੀਤਾ, ਨਾਲ ਨਹੀਂ ਖੜੇ। ਆ ਗਾਂਧੀ ਵਰਗੇ ਨਾ ਜਿਹੜੇ ਅੱਜ ਸਾਡੇ ਲੋਕ ਕਹਿੰਦੇ ਜੀ ਬਾਪੂ ਗਾਂਧੀ ਨੇ ਆਜ਼ਾਦੀ ਦਿਵਾ ਦਿੱਤੀ,
ਉਹ ਪਿਆਰਿਓ ਜਿੰਨੀ ਕੁ ਮੈਨੂੰ ਸਮਝ ਆ ਬਹੁਤੀ ਸਮਝ ਨਹੀਂ ਹੈ ਮੈਨੂੰ, ਮੈਂ ਤੁਹਾਨੂੰ ਐਵੇਂ ਕਹਿ ਦਿਆਂ, ਸ਼ਹੀਦ ਭਗਤ ਸਿੰਘ ਵਰਗਿਆਂ ਨੂੰ, ਉੱਤਮ ਸਿੰਘ ਵਰਗਿਆਂ ਨੂੰ ਸ਼ਹੀਦ ਕਰਾਉਣ ਵਾਲੇ ਵੀ ਗਾਂਧੀ ਵਰਗੇ ਲੋਕ ਹੈ। ਜੇ ਇਹ ਲੋਕ ਉਸ ਵੇਲੇ ਚਾਹੁੰਦੇ ਤਾਂ ਇਹਨਾਂ ਨੂੰ ਕਦੇ ਵੀ ਫਾਂਸੀ ਨਹੀਂ ਹੋ ਸਕਦੀ ਸੀ, ਪਰ ਗਾਂਧੀ ਵਰਗੇ ਤੇ ਚਾਹੁੰਦੇ ਸਨ ਵੀ ਇਹ ਲੋਕ ਜੇ ਅੱਗੇ ਆਏ ਤੇ ਕੱਲ ਨੂੰ ਸਾਡੀ ਰਾਜਨੀਤੀ ਵਿੱਚ ਇਹਨਾਂ ਲੋਕਾਂ ਨੇ ਰੋੜਾ ਬੰਨਿਆ, ਕਿਉਂਕਿ ਇਹਨਾਂ ਦਾ ਲੋਕਾਂ ਵਿੱਚ ਬੜਾ ਪਿਆਰ ਹੈ। ਇਹਨਾਂ ਦੀਆਂ ਕੁਰਬਾਨੀਆਂ ਕਰਕੇ ਇਹ ਲੋਕ ਪ੍ਰਿਆ ਨੇ, ਲੋਕ ਇਹਨਾਂ ਨੂੰ ਬੜਾ ਪਿਆਰ ਕਰਦੇ ਹੈ। ਤਾਂ ਕਰਕੇ ਗਾਂਧੀ ਵਰਗਿਆਂ ਨੇ, ਨਹਿਰੂ ਵਰਗਿਆਂ ਨੇ ਵੀ ਉਸ ਵੇਲੇ ਸ਼ਹੀਦ ਊਧਮ ਸਿੰਘ ਦੀ ਇਸ ਕੁਰਬਾਨੀ ਦੀ ਨਿੰਦਿਆ ਕੀਤੀ। ਉਹਨੇ ਗਲਤ ਕੀਤਾ, ਉਹਨੂੰ ਸਰ ਮਾਈਕਲ ਅਡਵੈਰ ਨੂੰ ਨਹੀਂ ਸੀ ਮਾਰਨਾ ਚਾਹੀਦਾ। ਤੇ ਜਦੋਂ ਉਸ ਤੋਂ ਬਾਅਦ ਇਹਨਾਂ ਨੂੰ 5 ਮਈ 1940 ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ, ਉਸ ਤੋਂ ਬਾਅਦ ਗੁਰਮੁਖੋਂ ਥੋੜੇ ਸਮੇਂ ਬਾਅਦ ਇਹ ਸ਼ਹੀਦ ਊਧਮ ਸਿੰਘ ਜੀ ਨੂੰ 1940 ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ। ਕਹਿੰਦੇ ਜਦੋਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਨਾ, ਉਸ ਵੇਲੇ ਸ਼ਹੀਦ ਊਧਮ ਸਿੰਘ ਜੀ ਦੇ ਅਖੀਰਲੇ ਸ਼ਬਦ ਇਹੀ ਸਨ ਵੀ ਜੋ ਮੈਂ ਕੀਤਾ ਹੈ ਇਹ ਸਾਰਾ ਕੁਝ ਮੈਂ ਹੋਸ਼ ਹਵਾਸ ਦੇ ਵਿੱਚ ਕੀਤਾ ਹੈ, ਮੈਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ, ਮੈਂ ਕੀ ਕੁਝ ਗਲਤ ਨਹੀਂ ਕੀਤਾ। ਮੈਂ ਉਹਨਾਂ ਲੋਕਾਂ ਨੂੰ ਸੁਧਾ ਲਾਇਆ, ਉਹਨਾਂ ਲੋਕਾਂ ਨੂੰ ਮਾਰਿਆ ਜਿਹੜੇ ਲੋਕ ਮਨੁੱਖਤਾ ਦੇ ਕਾਤਲ ਨੇ, ਜਿਨ੍ਹਾਂ ਲੋਕਾਂ ਨੇ ਮਨੁੱਖਤਾ ਦਾ ਕਤਲੇਆਮ ਕੀਤਾ ਹੈ, ਜਿਨ੍ਹਾਂ ਲੋਕਾਂ ਨੇ ਬੇਕਸੂਰ ਲੋਕਾਂ ਤੇ ਗੋਲੀਆਂ ਦਾਗੀਆਂ ਨੇ। ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਮੈਨੂੰ ਆਪਣੇ ਕੀਤੇ ਦਾ ਕੋਈ ਦੁੱਖ ਨਹੀਂ ਹੈ, ਕਿਉਂਕਿ ਮੈਂ ਉਸ ਸਰ ਮਾਈਕਲ ਅਡਵੈਰ ਤੋਂ ਬਦਲਾ ਲਿਆ ਜਿਹਨੇ ਬੇਕਸੂਰ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਸ਼ੱਦਦ ਕੀਤਾ ਸੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਸਰਕਾਰੀ ਅੰਕੜੇ ਮੁਤਾਬਕ ਵੀ 300 ਤੋਂ ਉੱਪਰ ਬੰਦੇ ਜਿਹੜੇ ਉਸ ਵੇਲੇ ਮਾਰੇ ਗਏ 1919 ਦੇ ਵਿੱਚ 13 ਅਪ੍ਰੈਲ ਵਾਲੇ ਦਿਨ, ਤੇ ਹਜ਼ਾਰਾਂ ਲੋਕ ਜਿਹੜੇ ਉਸ ਵੇਲੇ ਉੱਥੇ ਜ਼ਖਮੀ ਹੋਏ, ਤੇ ਕਈ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਜਦੋਂ ਭੱਜੇ, ਤੇ ਗੁਰਮੁਖੋਂ ਅੱਜ ਵੀ ਉਹ ਖੋਹ ਮੌਜੂਦ ਹੈ ਜਿਹਦੇ ਵਿੱਚ ਡਿੱਗ ਡਿੱਗ ਕੇ ਉਹਨਾਂ ਦੀਆਂ ਮੌਤਾਂ ਹੋਈਆਂ, ਅੱਜ ਵੀ ਤੁਸੀਂ ਜਾ ਕੇ ਵੇਖਦੇ। ਪਰ ਇੱਕ ਦੁੱਖ ਦੀ ਗੱਲ ਹੈ ਕਿ ਜਲਿਆਂਵਾਲੇ ਬਾਗ ਦਾ ਸਾਕਾ 1919 ਵਿੱਚ ਵਾਪਰਦਾ ਹੈ। ਉਸ ਸਾਕੇ ਦੌਰਾਨ ਜਿਹੜੀਆਂ ਗੋਲੀਆਂ ਚਲੀਆਂ, ਅੰਗਰੇਜ਼ ਹਕੂਮਤ ਨੇ ਜਿਹੜੀਆਂ ਗੋਲੀਆਂ ਚਲਾਈਆਂ, ਉਹਨਾਂ ਦੇ ਨਿਸ਼ਾਨ ਤੇ ਅੱਜ ਵੀ ਸੰਭਾਲ ਕੇ ਰੱਖੇ। ਵੀ ਕਦੇ ਵੀ ਤੁਸੀਂ ਸਾਰਿਆਂ ਦੇ ਦਰਸ਼ਨ ਕੀਤੇ ਹੋਣੇ ਹੈ, ਤੁਸੀਂ ਸਾਰੇ ਜਲਿਆਂਵਾਲੇ ਬਾਗ ਦੇ ਵਿੱਚ ਆਮ ਕਰਕੇ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਜਲਿਆਂਵਾਲੇ ਬਾਗ ਦੇ ਵਿੱਚ ਵੀ ਅਸੀਂ ਸਾਰੇ ਜਾਂਦੇ ਹਾਂ, ਤੇ ਜਾਣਾ ਵੀ ਚਾਹੀਦਾ। ਸਾਨੂੰ ਕੀ ਨਹੀਂ ਪਤਾ ਲੱਗੇਗਾ, ਉੱਥੇ ਅੱਜ ਵੀ ਆਲੇ ਦੁਆਲੇ ਗੋਲ ਘੇਰੇ ਲਾ ਕੇ ਉਹ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਨੇ, ਵੀ ਪਤਾ ਲੱਗੇ ਕਿ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਕਿਵੇਂ ਜ਼ੁਲਮ ਢਾਇਆ, ਕਿਵੇਂ ਤਸ਼ੱਦਦ ਕੀਤਾ। ਪਰ ਗੁਰਮੁਖੋ ਉਹਦੇ ਵਿਦੇਸ਼ੀ ਸਰਕਾਰ ਸੀ, ਉਹਦੇ ਬਾਹਰ ਦੇ ਲੋਕ ਸਨ ਜਿਨ੍ਹਾਂ ਨੇ ਭਾਰਤ ਦੇ ਨਾਲ ਇਹ ਕੁਝ ਕੀਤਾ, ਭਾਰਤ ਦੇ ਲੋਕਾਂ ਦਾ ਕਾਤਲੇਆਮ ਕੀਤਾ, ਭਾਰਤ ਦੇ ਲੋਕਾਂ ਤੇ ਤਸ਼ੱਦਦ ਢਾਇਆ। ਪਰ ਗੁਰਮੁਖੋ 1984 ਵਿੱਚ ਆਜ਼ਾਦ ਭਾਰਤ ਦੀ ਸਾਡੀ ਹੀ ਸਰਕਾਰ ਨੇ ਸਾਡੇ ਸਭ ਤੋਂ ਸਿਰਮੌਰ ਧਰਮਕ ਸਥਾਨ, ਸਿੱਖਾਂ ਦਾ ਹਿਰਦਾ ਕਿਹਾ ਜਾਣ ਵਾਲੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਉਸ ਹਮਲੇ ਦੌਰਾਨ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਤੇ ਵੱਖਰੀ ਗੱਲ ਹੈ। ਉਸ ਹਮਲੇ ਦੌਰਾਨ ਜਿਹੜੇ ਨਿਸ਼ਾਨ ਦਰਬਾਰ ਸਾਹਿਬ ਤੇ ਲੱਗੇ, ਤੇ ਉਹਨਾਂ ਨਿਸ਼ਾਨਾਂ ਨੂੰ ਜਲਦੀ ਨਾਲ ਇੱਕ ਸਰਕਾਰੀ ਸਾਜ਼ਿਸ਼ ਦੇ ਅਧੀਨ ਮਿਟਾ ਦਿੱਤਾ ਗਿਆ। ਸਾਜ਼ਿਸ਼ ਦੇ ਦੀ ਇੱਕ ਦੁੱਖ ਦੀ ਹੋਰ ਗੱਲ ਹੈ, ਹੁਣ ਦੇਖੋ ਜਲਿਆਂਵਾਲੇ ਬਾਗ ਦਾ ਸਾਕਾ ਤੇ ਲੈ ਲਿਆ ਸ਼ਹੀਦ ਊਧਮ ਸਿੰਘ ਜੀ ਨੇ, ਬਦਲਾ ਲੈ ਲਿਆ, ਪਰ ਗੁਰਮੁਖੋ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਾਡੇ ਭਾਰਤ ਦੇ ਵਿੱਚ ਹੋਈ ਬਹੁਤਾਤ, ਜਿੱਥੇ ਸਿੱਖਾਂ ਦੀ ਗਿਣਤੀ ਹੈ 2015 ਦੇ ਵਿੱਚ ਹੋਈ। ਜਿਹੜੇ ਗੁਰਸਿੱਖ ਪੰਥ ਦਾ ਅੰਦਰ ਦਰਦ ਰੱਖਦੇ ਹੈ ਨਾ, ਉਹ ਕਹਿੰਦੇ ਭਾਈ ਸਾਹਿਬ ਤੁਹਾਨੂੰ ਇਸ ਮਸਲੇ ਤੇ ਜ਼ਰੂਰ ਬੋਲਣਾ ਚਾਹੀਦਾ ਹੈ। ਹਾਲਾਂਕਿ ਮੇਰਾ ਵਿਸ਼ਾ ਨਹੀਂ, ਮੈਂ ਕੱਲ ਨੂੰ ਬੇਨਤੀ ਕਰਾਂਗਾ। ਆ 2-3 ਦਿਨ ਪਹਿਲਾਂ ਤੁਹਾਡੇ ਸਾਹਮਣੇ ਬਿਆਨ ਆਏ ਹੋਣੇ ਹੈ, ਸਾਡੇ ਭਾਈ ਹਰਜਿੰਦਰ ਸਿੰਘ ਬਾਜੀ ਇੱਥੇ ਪ੍ਰਚਾਰ ਕਰੇ ਕਿ ਗਏ ਹੈ, ਚਲੋ ਕੋਈ ਵਿਚਾਰਕ ਮਤਭੇਦ ਹੁੰਦੇ ਉਹ ਵੱਖਰੀ ਗੱਲ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਸਲੇ ਤੇ ਬੜੀ ਸੰਜੀਦਗੀ ਨਾਲ ਅੱਗੇ ਹੋ ਕੇ ਕੰਮ ਕੀਤਾ, ਤੇ ਕਰਨਾ ਵੀ ਚਾਹੀਦਾ ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਹੈ। ਜਦੋਂ ਬਜ਼ੁਰਗ ਜਵਾਰ ਸਿੰਘ ਵਾਲੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਕੇ ਉੱਥੇ ਪਰਚੇ ਵੀ ਲਾਏ ਜਾਂਦੇ, ਹਾਲਾਂਕਿ ਉਸ ਵੇਲੇ ਦੇ ਜਿਹੜੇ ਡੇਰੇ ਦੇ ਇੱਕ ਮੁਖੀ ਨੇ, ਬਹੁਤ ਅੱਗੇ ਨੇ, ਉਹਨਾਂ ਨੇ ਇਹ ਮੰਨਿਆ ਸੀ ਸਿੱਖ ਦੇ ਸਾਹਮਣੇ ਕਿ ਅਸਲ ਵਿੱਚ ਇਹ ਬੇਅਦਬੀ ਅਸੀਂ ਸਿਰਸੇ ਵਾਲੇ ਸਾਧ ਦੇ ਕਹਿਣ ਤੇ ਕੀਤੀ ਸੀ। ਪਰ ਉਲਟਾ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਖਿਲਾਰ ਦਿੱਤੇ ਜਾਂਦੇ ਹੈ। ਉਸ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਉਹਨਾਂ ਪਾਵਨ ਗ੍ਰੰਥ ਦੇ ਅੰਗਾਂ ਨੂੰ ਸੰਭਾਲਿਆ। ਮੈਂ ਕੱਲ ਭਾਈ ਰੁਪਿੰਦਰ ਸਿੰਘ ਪੰਜ ਗਰਾਈ ਦੀ ਜਿਹੜੀ ਹੈ ਇੰਟਰਵਿਊ ਸੁਣ ਰਿਹਾ ਸੀ, ਜਿਨ੍ਹਾਂ ਦੋ ਭਰਾਵਾਂ ਤੇ ਇੰਨਾ ਤਸ਼ੱਦਦ ਕੀਤਾ ਕਿ ਤੁਸੀਂ ਇਹ ਗੱਲ ਕਹੋ ਸਰਕਾਰ ਦੇ ਸਾਹਮਣੇ, ਉਸ ਵੇਲੇ ਦੇ ਅਫਸਰਾਂ ਦੇ ਸਾਹਮਣੇ ਇਹ ਬਿਆਨ ਦਿਓ ਵੀ ਇਹ ਬੇਅਦਬੀ ਸਿਰਸੇ ਵਾਲੇ ਬਾਬੇ ਨੇ ਨਹੀਂ ਕਰਾਈ, ਸਾਡੇ ਪ੍ਰਚਾਰਕਾਂ ਨੇ ਕਰਾਈ। ਜਿਹਦੇ ਵਿੱਚ ਭਾਈ ਪੰਤਪ੍ਰੀਤ ਸਿੰਘ ਜੀ ਖਾਲਸਾ ਦਾ ਨਾਮ ਲੈ ਗਿਆ, ਭਾਈ ਹਰਜਿੰਦਰ ਸਿੰਘ ਮਾਝੀ ਦਾ ਨਾਮ ਲੈ ਗਿਆ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਨਾਮ ਲਿਆ ਗਿਆ, ਕਿਉਂਕਿ ਮੂਹਰੇ ਉਸ ਵੇਲੇ ਧਰਨਾ ਲਾ ਰਹੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਬਹਾਲੀ ਦੀ ਲੜਾਈ ਲੜ ਰਹੇ ਸਨ। ਪਰ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਤੁਹਾਨੂੰ ਇੱਕ ਆਪਾਂ ਖਾਲੀ ਕਾਗਜ਼ ਦਿੰਦੇ ਆ, ਆਪਾਂ ਇਹਦੇ ਤੇ ਤੁਸੀਂ ਜਿੰਨੇ ਮਰਜ਼ੀ ਪੈਸੇ ਭਰ ਲਓ, ਤੁਹਾਨੂੰ ਉਹਨੇ ਪੈਸੇ ਦੇ ਦਿੱਤੇ ਜਾਣੇ, ਪਰ ਨਾਮ ਤੁਸੀਂ ਇਹਨਾਂ ਦਾ ਲੈ ਲਓ। ਮੈਂ ਕੱਲ ਸੁਣ ਰਿਹਾ ਸੀ ਤੁਸੀਂ ਉਹ ਤਾਂ ਅੰਗਰੇਜ਼ ਹਕੂਮਤ ਨੇ ਤੇ ਜ਼ੁਲਮ ਢਾਉਣਾ ਸੀ ਤੇ ਬਾਹਰ ਦੀ ਸਰਕਾਰ ਉਹਨਾਂ ਕੋਲ ਤਾਕਤ ਸੀ। ਭਾਈ ਰੁਪਿੰਦਰ ਸਿੰਘ ਪੰਜ ਗਰਾਈ ਆਪ ਉਹ ਦੱਸਦਾ ਸੀ ਵੀ ਸਾਡੇ ਤੇ ਇੰਨਾ ਤਸ਼ੱਦਦ ਕੀਤਾ ਗਿਆ, ਸਾਨੂੰ ਪੁੱਠਾ ਲਟਕਾ ਕੇ ਥੱਲੇ ਪਾਣੀ ਵਿੱਚ ਸਾਨੂੰ ਸੁੱਟਿਆ ਗਿਆ। ਇੰਨਾ ਤਸ਼ੱਦਦ ਕੀਤਾ ਗਿਆ ਵੀ ਸਾਡੇ ਸਰੀਰ ਤੋਂ ਕਕਾਰ ਤੱਕ ਲਾ ਦਿੱਤੇ ਗਏ। ਆ ਥੋੜੇ ਦਿਨ ਪਹਿਲਾਂ ਇੱਕ ਜਿਹੜੇ ਪੁਲਿਸ ਅਫਸਰ ਨੇ ਖੱਟੜਾ ਉਹਨਾਂ ਦਾ ਬਿਆਨ ਆਇਆ, ਕਹਿੰਦਾ ਵੀ ਇਹ ਬੇਅਦਬੀ ਸਿਰਸੇ ਵਾਲੇ ਬਾਬੇ ਨੇ ਨਹੀਂ ਕੀਤੀ, ਇਹ ਪ੍ਰਚਾਰਕਾਂ ਕਰਕੇ ਹੋਈ। ਕਿਉਂਕਿ ਭਾਈ ਹਰਜਿੰਦਰ ਸਿੰਘ ਮਾਝੀ ਵਰਗੇ ਜਿਹੜੇ ਸਨ ਉਹ ਬੜੀ ਬੇਬਾਕੀ ਨਾਲ ਸੱਚ ਦਾ ਪ੍ਰਚਾਰ ਕਰਦੇ ਰਹੇ। ਉਹਨਾਂ ਇਲਾਕਿਆਂ ਵਿੱਚ ਜਿਨ੍ਹਾਂ ਇਲਾਕਿਆਂ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ, ਉੱਥੇ ਜਿਹੜੇ ਸਿਰਸੇ ਵਾਲੇ ਬਾਬੇ ਦੇ ਪ੍ਰੇਮੀ ਸਨ, ਉਹਨਾਂ ਨੇ ਗੁਰਮਤਿ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਆਪਣੇ ਗਲ ਵਿੱਚ ਪਾਏ ਹੋਏ ਜਿਹੜੇ ਬਾਬੇ ਦੇ ਲੌਟਕ ਸੀ ਉਹ ਲਾ ਕੇ ਰੱਖ ਦਿੱਤੇ। ਉਹ ਗੁਰੂ ਜੀ ਦੇ ਪ੍ਰਚਾਰਕ ਦਾ ਫਰਜ਼ ਹੈ ਨਾ, ਉਹਨੇ ਤੇ ਜੋੜਨੀ ਹੈ ਲੋਕਾਂ ਨੂੰ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਕਿਉਂ ਕੀਤੀ ਗਈ? ਇਹਦੇ ਵਿੱਚ ਪ੍ਰਚਾਰਕ ਥੋੜੀ ਦੋਸ਼ੀ, ਅੱਜ ਮੈਂ ਬੋਲ ਰਹੇ ਤੇ ਕੱਲ ਨੂੰ ਵੀ ਭਾਈ ਸਾਹਿਬ ਇਸ ਗੱਲ ਦੇ ਦੋਸ਼ੀ ਹੈ। ਉਸ ਤੋਂ ਬਾਅਦ ਸਰਕਾਰਾਂ ਨੇ ਇਨਸਾਫ ਦੇ ਕੀ ਦੇਣਾ ਸੀ? ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ। ਉਹ ਭਾਈ ਰੁਪਿੰਦਰ ਸਿੰਘ ਨੇ ਇੱਕ ਗੱਲ ਕਹੀ, ਕਹਿੰਦਾ ਸਿੱਖੋ ਤੁਹਾਨੂੰ ਇਨਸਾਫ ਕਿੱਥੋਂ ਮਿਲਣਾ ਹੈ? ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਲੈ ਲਿਆ, ਜਿਹੜੇ ਸਿੱਟ ਦੇ ਵਿੱਚ ਕੰਮ ਕਰਦੇ ਸਨ। ਜਿਹੜਾ ਖੱਟੜਾ ਕੰਮ ਕਰਦਾ ਸੀ ਸਿੱਟ ਦੇ ਵਿੱਚ, ਉਹਨੂੰ ਅਕਾਲੀ ਦਲ ਨੇ ਆਪਣੇ ਵਿੱਚ ਲੈ ਲਿਆ, ਕਿਉਂਕਿ ਉਹਦਾ ਮੁੰਡਾ ਵੀ ਪਹਿਲਾਂ ਅਕਾਲੀ ਦਲ ਦੇ ਵਿੱਚ ਰਹਿ ਕੇ ਉਹਨੇ ਜਿਹੜੀ ਚੋਣ ਲੜੀ ਹੈ ਉਹਨੂੰ 30,000 ਵੋਟਾਂ ਪਾਈਆਂ ਸੀ। ਉਹ ਕਿਉਂ ਕਹਿਣਗੇ ਵੀ ਅਸੀਂ ਸਿਰਸੇ ਵਾਲੇ ਬਾਬੇ ਦੀਆਂ ਵੋਟਾਂ ਤੋੜਦੀ? ਸਾਨੂੰ ਤੇ ਵੋਟਾਂ ਚਾਹੀਦੀਆਂ ਨੇ, ਅਸੀਂ ਤਾਂ ਵੋਟਾਂ ਦੀ ਰਾਜਨੀਤੀ ਕਰਨੀ, ਸਾਨੂੰ ਕੀ ਲੋੜ ਹੈ ਗ੍ਰੰਥ ਦੀ ਪੰਥ ਦੀ? ਇੱਕ ਪਾਰਟੀ ਦੀ ਗੱਲ ਨਹੀਂ, ਸਾਰੀਆਂ ਪਾਰਟੀ ਇਦਾਂ ਕਰਦੀਆਂ ਨੇ। ਹੁਣ ਉਹ ਕਹਿੰਦਾ ਰਹਿ ਗਈ ਇੱਕ ਪਾਰਟੀ ਕਾਂਗਰਸ। ਆ ਜਿਹੜੀ ਨਵੀਂ ਸਿੱਟ ਬਣਾਈ ਹੈ ਇਹਦੇ ਵਿੱਚੋਂ ਕਿਸੇ ਨਾ ਕਿਸੇ ਅਫਸਰ ਨੂੰ ਇਹਨਾਂ ਨੇ ਆਪਣੇ ਵਿੱਚ ਲੈਣਾ, ਤੁਹਾਨੂੰ ਇਨਸਾਫ ਕਿੱਥੋਂ ਮਿਲੂ? ਉਲਟਾ ਤੁਸੀਂ ਵੇਖਿਆ ਉਹਨਾਂ ਦੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ, ਉਹ ਇਸ ਪਿੰਡ ਦੇ ਵਿੱਚ ਆਈ ਜਿਹੜਾ ਜੌੜੀਆਂ ਪਿੰਡ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਉਸ ਵੇਲੇ ਭਾਈ ਹਰਜਿੰਦਰ ਸਿੰਘ ਮਾਝੀ ਜੀ ਨੇ ਬੜੇ ਸਤਿਕਾਰ ਦੇ ਨਾਲ, ਮਾੜਾ ਨਹੀਂ ਉਹਨਾਂ ਨੇ ਕੋਈ ਸ਼ਬਦ ਬੋਲਿਆ, ਬੜੇ ਸਤਿਕਾਰ ਦੇ ਨਾਲ ਬੀਬਾ ਜੀ ਕਹਿ ਕੇ ਬੜੇ ਪਿਆਰ ਦੇ ਨਾਲ ਆਪਣਾ ਦਰਦ ਗੁਰੂ ਗ੍ਰੰਥ ਸਾਹਿਬ ਦੀ ਗੱਲ, ਪੰਥ ਦਾ ਦਰਦ ਉਹਨਾਂ ਦੇ ਅੱਗੇ ਰੱਖਿਆ। ਉਸ ਵੇਲੇ ਉਹਨਾਂ ਦੇ ਅੰਦਰ ਇੰਨਾ ਹੰਕਾਰ ਸੀ ਕਿ ਉਹਨਾਂ ਨੇ ਖੜੇ ਹੋ ਕੇ ਵੀ ਉਹਨਾਂ ਤੋਂ ਉਹ ਪੱਤਰ ਨਹੀਂ ਪੜੇ, ਕਿਉਂਕਿ ਹੰਕਾਰ ਹੁੰਦਾ ਕੁਦਰਤੀ ਗੱਲ। ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਉਹਨਾਂ ਦਾ ਬਿਆਨ ਆਇਆ ਵੀ ਆਹ ਜਿਹੜਾ ਇੱਕ ਮਾਝੀ ਸਾਜੀ ਜਾਂ ਪ੍ਰਚਾਰਕ ਬਣਿਆ ਫਿਰਦਾ ਵੀ ਇਹ ਸ਼ਰਮ ਕਰਨੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ। ਮੈਂ ਕੱਲ ਸੁਣਿਆ ਸੀ ਭਾਈ ਰਣਜੀਤ ਸਿੰਘ ਜੀ ਜਿਹੜੇ ਸਾਬਕਾ ਜਥੇਦਾਰ ਹਨ, ਜਿਨ੍ਹਾਂ ਨੇ ਉਸ ਵੇਲੇ ਉਹਨੂੰ ਸੋਧਾ ਲਾਇਆ ਸੀ, ਗੁਰਬਚਨੇ ਨੂੰ ਸੋਧਾ ਲਾਇਆ ਸੀ। ਉਹ ਕਹਿੰਦੇ ਸਿੱਖੋ ਜਾਗੋ, ਜੇ ਅਸੀਂ ਤੁਸੀਂ ਨਾ ਜਾਗੇ ਨਾ ਤਾਂ ਇਹਨਾਂ ਨੇ ਗੁਰੂ ਘਰ ਵੀ ਵੇਚ ਦੇਣੇ। ਗੁਰੂ ਘਰ ਦੀ ਜ਼ਮੀਨ ਵੱਡੇ ਵੱਡੇ ਮੌਲਾਂ ਨੂੰ ਵੇਚੀ ਜਾ ਰਹੀ ਹੈ, ਵੱਡੇ ਵੱਡੇ ਸਰਕਾਰੀ ਲੋਕਾਂ ਨੂੰ ਵੇਚੀ ਜਾ ਰਹੀ ਹੈ। ਕਿ ਮੈਂ ਤਾਂ ਬੇਨਤੀ ਕੀਤੀ ਹੈ, ਜਦੋਂ ਇਦਾਂ ਦੇ ਬਿਆਨ ਸੁਣਦੇ ਹਨ ਨਾ ਇਹਨਾਂ ਜ਼ਿੰਮੇਵਾਰ ਲੋਕਾਂ ਦੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਤੇ ਪੰਥ ਦੀ ਰਾਖੀ ਕਰਨੀ ਚਾਹੀਦੀ ਹੈ। ਹੁਣ ਸ਼੍ਰੋਮਣੀ ਕਮੇਟੀ ਕਿੰਨੀਆਂ ਕੁਰਬਾਨੀਆਂ ਨਾਲ ਬਣੀ, ਤੁਹਾਨੂੰ ਮੈਂ ਦੱਸਿਆ ਨਾ ਵੀ 1921 ਦੇ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦੇ, ਕਿੰਨੀਆਂ ਸ਼ਹੀਦੀਆਂ ਹੁੰਦੀਆਂ ਨੇ, ਕਿਵੇਂ ਗੁਰੂ ਕੇ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਨਰੈਣੂ ਮਹੰਤ ਵਰਗੇ ਪਾਏ ਹੋਏ ਗੰਦ ਨੂੰ ਸਾਫ਼ ਕੀਤਾ ਸੀ। ਪਰ ਮੈਨੂੰ ਮਾਫ ਕਰਨਾ, ਨਰੈਣੂ ਮਹੰਤ ਵਰਗਿਆਂ ਨੇ ਉਹਨਾਂ ਗੰਦ ਨਹੀਂ ਸੀ ਗੁਰਦੁਆਰਿਆਂ ਵਿੱਚ ਪਾਇਆ ਜਿੰਨਾ ਅੱਜ ਵਾਲੇ ਪ੍ਰਬੰਧਕਾਂ ਨੇ ਪਾ ਦਿੱਤਾ। ਜਿੰਨਾ ਆ ਥੋੜੇ ਦਿਨ ਪਹਿਲਾਂ ਤੁਹਾਡੇ ਸਾਹਮਣੇ ਆਇਆ ਨਾ ਕਿ ਦਰਬਾਰ ਸਾਹਿਬ ਜਦੋਂ ਖੁਦਾਈ ਕੀਤੀ ਗਈ, ਉੱਥੇ ਜੋੜਾ ਘਰ ਬਣਾਉਣਾ ਸੀ, ਠੀਕ ਹੈ ਚਲੋ ਬਣਾਓ, ਆਪਾਂ ਇਹ ਨਹੀਂ ਕਹਿੰਦੇ ਸੰਗਤਾਂ ਦੀ ਲੋੜ ਪੈਂਦੀ ਹੈ। ਉਹਦੇ ਥੱਲੋਂ ਕੋਈ ਪੁਰਾਣੀ ਇਮਾਰਤ ਨਿਕਲੇ, ਚਲੋ ਨਿਕਲੇ, ਉਸ ਤੋਂ ਬਾਅਦ ਕੰਮ ਬੰਦ ਕਰੋ, ਮਹਾਰਾਜ ਨੂੰ ਸੱਦਿਆ ਜਾਏ, ਜਿਹੜੇ ਇਸ ਚੀਜ਼ ਨਾਲ ਸੰਬੰਧਿਤ ਲੋਕ ਹੈ, ਜਾਣਕਾਰੀ ਰੱਖਦੇ, ਉਹਨਾਂ ਨੂੰ ਬੁਲਾਇਆ ਜਾਏ।
ਪਰ ਕਾਰ ਸੇਵਾ ਵਾਲੇ ਬਾਬਿਆਂ ਨੇ ਇੰਨੀ ਕਾਹਲੀ ਕੀਤੀ ਵੀ ਅੱਧੀ ਇਮਾਰਤ ਨੂੰ ਦੀ ਢਾਹ ਦਿੱਤਾ। ਜਿਹੜੇ ਗੁਰੂ ਕੇ ਸਿੰਘ ਵਿਰੋਧ ਕਰਨ ਵਾਸਤੇ ਗਏ ਭਾਈ ਬਲਦੇਵ ਸਿੰਘ ਵਡਾਲੇ ਵਰਗੇ, ਤੇ ਉਹਨਾਂ ਤੇ ਹਮਲਾ ਵੀ ਕੀਤਾ ਗਿਆ। ਤੇ ਬੀਬੀ ਜਗੀਰ ਕੌਰ ਕਹਿੰਦੀ ਹੁਣ ਤੱਕ ਤਾਂ ਇਹ ਸ਼੍ਰੋਮਣੀ ਕਮੇਟੀ ਦਾ ਖਾਂਦਾ ਰਿਹਾ, ਅੰਮ੍ਰਿਤਸਰ ਦਾ ਖਾਂਦਾ ਰਿਹਾ, ਵੀ ਜੇ ਇਹਨੇ ਇੱਥੇ ਡਿਊਟੀ ਕੀਤੀ ਹੈ ਤਾਂ ਮਤਲਬ ਤੇ ਵੀ ਜੋ ਤੁਸੀਂ ਕਰੀ ਜੋ ਤੁਹਾਡੇ ਨੂੰ ਸੱਦ ਕਰਕੇ ਮੰਨੀ ਜਾਏ, ਜੋ ਮਰਜ਼ੀ ਮੈਨੂੰ ਮਾਫ ਕਰਨਾ ਗੁਰਮੁਖੋ, ਜਿਹਦੇ ਜ਼ਿੰਮੇਵਾਰ ਅਸੀਂ ਵੀ ਲੋਕ ਹਾਂ। ਅਸੀਂ ਵਿਰੋਧ ਉਹਨਾਂ ਦਾ ਕਰਦੇ ਹਾਂ ਜਿਹੜੇ ਸਾਨੂੰ ਸੱਚ ਦੱਸਦੇ ਆ, ਪਰ ਜਿਨ੍ਹਾਂ ਲੋਕਾਂ ਨੇ ਸਾਡੀਆਂ ਇਤਿਹਾਸਕ ਇਮਾਰਤਾਂ ਦਾ ਮਲੀਆ ਮੇਲ ਕਰ ਦਿੱਤਾ, ਜਿਨ੍ਹਾਂ ਨੇ ਸਾਡੀਆਂ ਪੁਰਾਣੀਆਂ ਇਮਾਰਤਾਂ ਵਿਰਾਸਤਾਂ ਵਟਾ ਦਿੱਤੀਆਂ, ਤੇ ਉਹਨਾਂ ਲੋਕਾਂ ਦੀ ਵਾਹ-ਵਾਹ ਕਰਨ ਵਾਲੇ ਵੀ ਅਸੀਂ ਆ, ਉਹਨਾਂ ਲੋਕਾਂ ਨੂੰ ਸਰੋਗਲੇ ਦੇਣ ਵਾਲੇ ਵੀ ਅਸੀਂ ਆ, ਉਹਨਾਂ ਲੋਕਾਂ ਨੂੰ ਗੋਰੀਆਂ ਭਰ ਕੇ ਜਿਨਸਾਂ ਦੇਣ ਵਾਲੇ ਵੀ ਅਸੀਂ। ਮੈਂ ਇੱਕ ਵੀ ਗੱਲ ਤੱਤ ਤੋਂ ਬਿਨਾਂ ਨਹੀਂ ਕਰਦਾ। ਮੈਂ ਉਸ ਬਾਬੇ ਦਾ ਬਿਆਨ ਸੁਣਿਆ ਜਿਹਨੂੰ ਉੱਥੇ ਸੇਵਾ ਸੌਂਪੀ ਹੋਈ ਸੀ ਸ਼੍ਰੋਮਣੀ ਕਮੇਟੀ ਨੇ। ਵੈਸੇ ਤਾਂ ਇਹਦੇ ਵਿੱਚ ਬਹੁਤ ਵੱਡਾ ਬਿਜ਼ਨਸ ਆ, ਮੈਨੂੰ ਮਾਫ ਕਰਨਾ, ਬਹੁਤ ਵੱਡਾ ਬਿਜ਼ਨਸ ਹੈ ਇਹਦੇ ਵਿੱਚ, ਕਾਰ ਸੇਵਾ ਦੇ ਵਿੱਚ। ਤੇ ਉਹ ਕਹਿੰਦਾ ਵੀ ਇਹ ਇਮਾਰਤਾਂ ਤਾਂ ਢਹਿ ਜਾਂਦੀਆਂ ਨੇ, ਕੋਈ ਗੱਲ ਨਹੀਂ, ਇਮਾਰਤਾਂ ਇਹਦੀਆਂ ਇਮਾਰਤਾਂ ਤੋਂ ਆਪਾਂ ਨੇ ਕੀ ਕਰਾਉਣਾ, ਆਪਾਂ ਨੇ ਤੇ ਨਵੀਂ ਇਮਾਰਤ ਬਣਾਉਣੀ ਹੈ ਸੰਗਤਾਂ ਵਾਸਤੇ। ਇਹ ਤੋਂ ਪਤਾ ਲੱਗ ਗਿਆ ਵੀ ਕੋਈ ਇਸ ਮੁੱਦੇ ਦੀ ਸੰਜੀਦਗੀ ਹੈ ਹੀ ਨਹੀਂ ਉਹਨਾਂ ਕੋਲ, ਉਹ ਚਾਹੁੰਦੀ ਨਹੀਂ ਸਾਡੀਆਂ ਇਮਾਰਤਾਂ ਬਚਣ। ਪਹਿਲਾਂ ਤੁਹਾਨੂੰ ਪਤਾ ਹੈ ਵੀ ਸਰਹੰਦ ਦੀਆਂ ਨੀਹਾਂ ਸੀ, ਉਹਨਾਂ ਦਾ ਮਲੀਆਂ ਮੇਲ ਕਰ ਦਿੱਤਾ। ਚਮਕੌਰ ਦੀ ਕੱਚੀ ਗੜੀ ਢਾਹ ਦਿੱਤੀ ਗਈ, ਕਾਰ ਸੇਵਾ ਦੇ ਨਾਂ ਤੇ ਮਾਰ ਸੇਵਾ ਕਰ ਦਿੱਤੀ। ਪਰ ਮੈਨੂੰ ਮਾਫ ਕਰਨਾ ਵੀ ਜਾਗੇ ਅਸੀਂ ਅਜੇ ਵੀ ਨਹੀਂ। ਐਵੇਂ ਅਸੀਂ ਗੱਲਾਂ ਜੋ ਮਰਜੀ ਕਹੀ ਜਾਈਏ, ਪ੍ਰਚਾਰਕ ਮੇਰੇ ਵਰਗੇ ਵਿਚਾਰੇ ਬੋਲੀ ਜਾਂਦੇ, ਹਲਕ ਵਡਵਾਈ ਜਾਂਦੇ, ਪਰ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਸਾਰੇ ਭੱਜੇ ਹੋਏ ਆ। ਪਰ ਜਿੰਨਾ ਟਾਈਮ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਰਵਾਂਗੇ, ਜਿੰਨਾ ਟਾਈਮ ਸਾਡੇ ਅੰਦਰ ਗ੍ਰੰਥ ਪ੍ਰਤੀ, ਪੰਥ ਪ੍ਰਤੀ ਦਰਦ ਪੈਦਾ ਨਹੀਂ ਹੋਏਗਾ, ਉਹਨਾਂ ਟਾਈਮ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਇਵੇਂ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਨੂੰ ਵੀ ਇਦਾਂ ਰੁੜਨਾ ਹੈ, ਤੇ ਇਹਨਾਂ ਲੋਕਾਂ ਨੇ ਸਾਡੀਆਂ ਵਿਰਾਸਤਾਂ ਦਾ ਮਲੀਆਂ ਵੇਚ ਕੇ ਇਦਾਂ ਕਰਨਾ। ਜੇ ਅਸੀਂ ਨਹੀਂ ਜਾਗਾਂਗੇ, ਜੇ ਅਸੀਂ ਸਾਰੇ ਜਾਗ ਕੇ ਸੁਚੇਤ ਹੋਵੇ, ਇਹਨਾਂ ਲੋਕਾਂ ਨੂੰ ਬਾਂਹ ਫੜ ਕੇ ਪੁੱਛਾਂਗੇ ਵੀ ਤੁਹਾਨੂੰ ਇਸ ਕਰਕੇ ਅਸੀਂ ਜਿਨਸਾਂ ਨਹੀਂ ਦਿੰਦੇ, ਇਸ ਕਰਕੇ ਤੁਹਾਨੂੰ ਪੈਸੇ ਨਹੀਂ ਦਿੰਦੇ ਵੀ ਤੁਸੀਂ ਸਾਡਾ ਇਤਿਹਾਸ ਦਾ ਮਲੀਆਂ ਵੇਚ ਕਰੋ। ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਦੇਖੋ, ਉੱਥੇ ਉਹਨਾਂ ਲੋਕਾਂ ਨੇ ਹਜ਼ਾਰਾਂ ਸਾਲ ਪੁਰਾਣੀਆਂ ਬਿਲਡਿੰਗਾਂ ਸਾਂਭ ਕੇ ਰੱਖੀਆਂ ਹੋਈਆਂ ਨੇ, ਤੇ ਸਾਡੀਆਂ ਕੁਝ 100 ਸਾਲ ਪਹਿਲਾਂ ਪੁਰਾਣੀਆਂ ਇਮਾਰਤਾਂ ਵੀ ਆ ਤੁਹਾਡੇ ਸਾਹਮਣੇ ਹੋਏ ਸੀ ਨਾ। ਤਰਨਤਾਰਨ ਸਾਹਿਬ ਜਿਹੜੀ ਖਾਲਸਾ ਰਾਜ ਦੀ ਦਾਤ ਦਿਵਾਉਣ ਵਾਲੀ ਡਿਊਟੀ ਸੀ, ਤੇ ਉਹਨੂੰ ਵੀ ਰਾਤੇ ਰਾਤ ਢਾਉਣ ਨੂੰ ਪੈ ਗਈ, ਤੇ ਗੁਰੂ ਦੀਆਂ ਸੰਗਤਾਂ ਨੇ ਵਿਰੋਧ ਕੀਤਾ ਤੇ ਉੱਥੇ ਕੰਮ ਰੋਕ ਦਿੱਤਾ। ਪਰ ਇਹਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਹੈ। ਮੈਨੂੰ ਮਾਫ ਕਰਨਾ, RSS ਸਾਡੇ ਧੁਰ ਪ੍ਰਬੰਧ ਅੰਦਰ ਤੱਕ ਚਲੀ ਗਈ, ਮੈਨੂੰ ਮਾਫ ਕਰੇ। RSS ਗੁਰਦੁਆਰੇ ਤੇ ਕਾਗਜ਼ ਹੋ ਗਈ, ਉਹ ਸ਼੍ਰੋਮਣੀ ਕਮੇਟੀ ਤੋਂ ਸਾਰੇ ਕੰਮ ਕਰਾ ਰਹੀ ਹੈ। ਤੇ ਕੱਲ ਮੈਂ ਭਾਈ ਰਣਜੀਤ ਸਿੰਘ ਜੀ ਦੇ ਬਿਆਨ ਸੁਣੇ, ਉਹ ਕਹਿੰਦੇ ਬੀਬੀ ਜਗੀਰ ਕੌਰ ਮੇਰੇ ਸਾਹਮਣੇ ਬੈਠੀ, ਮੀਡੀਆ ਦੇ ਸਾਹਮਣੇ, ਮੈਂ ਇੱਕੋ ਇੱਕ ਗੱਲ ਤੱਥਾਂ ਦੇ ਆਧਾਰ ਤੇ ਕਰਾਂਗਾ ਵੀ ਕਿੰਨੀ ਜ਼ਮੀਨ ਇਹਨਾਂ ਨੇ ਗੁਰਦੁਆਰਿਆਂ ਦੀ ਵੇਚ ਦਿੱਤੀ। ਹਾਲਾਂਕਿ ਜਿਹੜਾ ਗੁਰਦੁਆਰਾ ਐਕਟ ਹੈ ਨਾ, ਉਹਦੇ ਮੁਤਾਬਕ ਜਿਹੜੀ ਗੁਰੂ ਘਰ ਦੀ ਜ਼ਮੀਨ ਹੈ ਉਹ ਜਾ ਕੇ ਹਸਪੀਟਲ ਨੂੰ ਦਿੱਤੀ ਜਾ ਸਕਦੀ ਹੈ, ਕਿਸੇ ਸਕੂਲ ਯਤੀਮਖਾਨੇ ਨੂੰ ਦਿੱਤੀ ਜਾ ਰਹੀ ਹੈ, ਕਿਸੇ ਵੀ ਬੰਦੇ ਨੂੰ ਨਿੱਜੀ ਕੋਈ ਚੀਜ਼ ਬਣਾਉਣ ਵਾਸਤੇ ਗੁਰੂ ਘਰ ਦੀ ਜ਼ਮੀਨ ਨਹੀਂ ਦਿੱਤੀ ਜਾ ਸਕਦੀ। ਪਰ ਉਹ ਕਹਿੰਦੇ ਪਹਿਲਾਂ ਮੱਕੜ ਦੇ ਵੀ ਜ਼ਮੀਨ ਵੇਚੀ, ਮੱਕੜ ਮਰ ਗਿਆ, ਤੇ ਮੈਨੇਜਰ ਕਹਿੰਦੇ ਸਾਨੂੰ ਕੀ ਪਤਾ ਵੀ ਮੱਕੜ ਨੇ ਸੌਦਾ ਕੀਤਾ ਸੀ, ਹੁਣ ਕੁਝ ਬੀਬੀ ਜਗੀਰ ਕੌਰ ਨੇ ਵੇਚ ਦੇਣੀ ਹੈ, ਤੇ ਬੀਬੀ ਜਗੀਰ ਕੌਰ ਵੀ ਮਰ ਜਾਣੀ ਹੈ, ਤੇ ਅਗਲੇ ਨੇ ਕਹਿੰਦੇ ਸਾਨੂੰ ਕੀ ਪਤਾ ਸੌਦਾ ਉਹਨਾਂ ਨੇ ਕੀਤਾ ਸੀ, ਤੇ ਤੁਹਾਡੀ ਗੁਰੂ ਘਰ ਦੀ ਜਿਹੜੀ ਜਾਇਦਾਦਾਂ ਵਿਰਾਸਤਾਂ ਉਹ ਸਾਰੀਆਂ ਮਿਟਾ ਦੇਣੀਆਂ। ਚਲੋ ਇੱਥੇ ਤੱਕ ਆਪਾਂ ਵਿਚਾਰ ਕਰੀਏ। ਮੈਨੂੰ ਮਾਫ ਕਰਨ ਦੀ ਕੋਈ ਸ਼ਬਦ ਇੱਧਰ ਉੱਧਰ ਬੋਲਿਆ ਗਏ, ਕਿਉਂਕਿ ਆਪਾਂ ਸ਼ਹੀਦਾਂ ਦੀ ਸ਼ਹਾਦਤ ਦੀ ਗੱਲ ਕੀਤੀ ਹੈ। ਅੱਜ ਦੇ ਦਿਨ 1940 ਵਿੱਚ ਸ਼ਹੀਦ ਊਧਮ ਸਿੰਘ ਜੀ ਨੂੰ ਫਾਂਸੀ ਦਿੱਤੀ ਗਈ, ਤੇ ਉਹਨਾਂ ਦਾ ਦੋਸ਼ ਇਹ ਸੀ ਕਿ ਉਹਨਾਂ ਨੇ 1919 ਵਿੱਚ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਵਾਪਰੇ ਕੋਈ ਸਾਕੇ ਦਾ ਬਦਲਾ ਤਕਰੀਬਨ 21 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਲੰਡਨ ਦੀ ਧਰਤੀ ਤੇ ਜਾ ਕੇ ਸਰ ਮਾਈਕਲ ਅਡਵੈਰ ਨੂੰ ਮਾਰ ਕੇ ਲਿਆ। ਪਰ ਅੱਜ ਦੇ ਸਾਡੇ ਖੂਨ ਵਿੱਚ ਉਹ ਚੀਜ਼ਾਂ ਵੀ ਖਤਮ ਹੋ ਗਈਆਂ। ਅੱਜ ਸਾਡੇ ਨੌਜਵਾਨਾਂ ਨੇ ਬਦਲਾ ਤੇ ਕਿੱਥੋਂ ਲੈਣਾ ਹੈ? ਅੱਜ ਦੇ ਸਾਡੇ ਨੌਜਵਾਨ ਗੁਰਸਿੱਖੀ ਨੂੰ ਛੱਡ ਕੇ, ਆਪਣੇ ਪਹਿਰਾਵੇ ਨੂੰ ਛੱਡ ਕੇ, ਆਪਣੇ ਮਾਨ ਮਤੀ ਇਤਿਹਾਸ ਨੂੰ ਛੱਡ ਕੇ ਅੱਜ ਪਤਤ ਪੁਣੇ ਵੱਲ ਜਾ ਰਹੇ ਹੈ। ਸੋ ਉਹਨਾਂ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਚੇਤੇ ਕਰਦਿਆਂ ਹੋਇਆਂ ਉਹਨਾਂ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਿਵੇਂ ਕਰਨੀ ਪਏਗੀ। ਜਿਹੜੇ ਲੋਕ ਸਾਡੇ ਨਾਲ ਧੱਕੇਸ਼ਾਹੀ ਕਰਦੇ, ਜ਼ੁਲਮ ਕਰਦੇ ਹੈ, ਉਹਨਾਂ ਦਾ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ, ਉਹ ਭਾਵੇਂ ਕੋਈ ਵੀ ਹੋਵੇ। ਜੇ ਅਸੀਂ ਨਾ ਜਾ ਕੇ ਨਾ, ਤੁਹਾਨੂੰ ਪਤਾ ਹੀ ਵੀ ਪੰਜਾਬ ਦੇ ਪਹਿਲੀ 100 ਸਾਲ ਪਿੱਛੇ ਚਲਿਆ ਗਿਆ। ਪੰਜਾਬ ਦੇ ਇਹਨਾਂ ਲੋਕਾਂ ਨੇ ਛੱਡੇ ਕੱਖ ਨਹੀਂ।
ਜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀਬਾਜ਼ੀ ਵਿੱਚ ਪਏ ਰਹੇ, ਮੈਨੂੰ ਮਾਫ ਕਰਨਾ, ਪਾਰਟੀ ਕੋਈ ਵੀ ਹੋਵੇ, ਮੈਂ ਕਿਸੇ ਪਾਰਟੀ ਦਾ ਬੁਲਾਰਾ ਨਹੀਂ ਵੀ ਕੋਈ ਮੈਂ ਇੱਕ ਪਾਰਟੀ ਦੀ ਗੱਲ ਕਰਦਾ, ਮੈਂ ਅੱਜ ਤੱਕ ਕਿਸੇ ਪਾਰਟੀ ਦੀ ਗਤੀਵਿਧੀ ਵਿੱਚ ਕੋਈ ਭਾਗ ਨਹੀਂ ਲਿਆ, ਪਰ ਤੁਹਾਨੂੰ ਪਤਾ ਹੈ ਵੀ ਵੋਟਾਂ ਵੇਲੇ ਅੱਜ ਦੀ ਸਾਰੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ, ਭਾਵੇਂ ਪਾਣੀਆਂ ਦਾ ਮੁੱਦਾ ਹੋਵੇ, ਪੰਜਾਬੀ ਬੋਲੀਆਂ ਦਾ ਮੁੱਦਾ ਹੋਵੇ, ਗੁਰੂ ਗ੍ਰੰਥ ਸਾਹਿਬ ਆ ਵੋਟਾਂ ਵੇਲੇ ਤੇ ਬੜੀ ਕਹਿੰਦੇ ਨੇ। ਪਹਿਲਾਂ ਕੈਪਟਨ ਕਹਿੰਦਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਅਕਤੀ ਦਾ ਤੁਹਾਨੂੰ ਇਨਸਾਫ ਦਿਵਾਵਾਂਗੇ, ਉਸ ਤੋਂ ਬਾਅਦ ਸਿੱਧੂ ਕਹਿੰਦਾ ਮੈਂ ਗੁਰੂ ਦਾ ਸੱਚਾ ਸਿੱਖ ਨਹੀਂ ਜੀ, ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਵਿਅਕਤੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਨਾ ਦਿਵਾਈ। ਇਹ ਹੁਣ ਪੁੱਛਣਾ ਚਾਹੁੰਦੇ ਆ ਸਿੱਧੂ ਸਾਹਿਬ, ਹੁਣ ਤੁਸੀਂ ਪ੍ਰਧਾਨ ਬਣ ਕੇ ਦਬਾਓ, ਫਿਰ ਹੁਣ ਦਬਾਓ ਸਾਨੂੰ, ਹੁਣ ਤੇ ਤੁਸੀਂ ਪ੍ਰਧਾਨ ਬਣ ਕੇ ਤੁਹਾਡੇ ਕੋਲ ਪਾਵਰ ਹੋਏਗੀ, ਪਰ ਕਰਨਾ ਕਰਨਾ ਕੁਝ ਇਹਨਾਂ ਲੋਕਾਂ ਨੇ ਨਹੀਂ, ਕਿਉਂਕਿ ਅਸਲ ਵਿੱਚ ਇਹ ਸਿੱਧੂ ਵੀ RSS ਦਾ ਬੰਦਾ ਹੀ ਹੈ। ਮੈਨੂੰ ਮਾਫ ਕਰਨਾ, ਚਲੋ ਇੱਥੇ ਤੱਕ ਆਪਾਂ ਵਿਚਾਰ ਕੀਤੀ ਹੈ। ਆਪਾਂ ਰਾਮ ਕਰੀ ਸੱਦ ਦੇ ਵਿੱਚੋਂ ਅਗਲੀ ਪੌੜੀ ਦੀ